ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਭੇਟਾ ਕਰਕੇ ਦਰਸ਼ਨ ਪਰਸਨ ਕਰਕੇ ਨਿਹਾਲ ਹੁੰਦੇ ਹਨ। ਗੁਰੂ ਸਾਹਿਬ ਜੀ ਸਭ ਨੂੰ ਬਖਸ਼ਿਸ਼ਾਂ ਕਰ ਰਹੇ ਹਨ। ਗਿਆਨ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਹਨ। ਹਿਰਦੇ ਵਿੱਚ ਕਰੁਣਾ ਮੈਤਰੀ ਮੁਦਤਾ ਇਹ ਸਾਰੇ ਸੌ ਗੁਣ ਹਿਰਦੇ ਵਿੱਚ ਵਸਾਉਂਦੇ ਹਨ, ਵਿਕਾਰਾਂ ਨੂੰ ਦੂਰ ਕਰਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਸਿੱਖ ਭਾਈ ਭਾਨਾ ਜੀ ਜੋ ਬਾਬਾ ਬੁੱਢਾ ਜੀ ਦੇ ਸਪੁੱਤਰ ਹਨ, ਉਹਨਾਂ ਦੇ ਨਾਲ ਵਚਨ ਵਿਲਾਸ ਕਰ ਰਹੇ ਹਨ। ਭਾਈ ਜੋਧ ਰਾਏ ਜਿਸ ਨੇ ਬੜੀ ਬਹਾਦਰੀ ਦੇ ਨਾਲ ਤੀਜੇ ਜੰਗ ਵਿੱਚ 6ਵੇਂ ਪਾਤਸ਼ਾਹ ਜੀ ਦੇ ਵੱਲੋਂ ਲੜਿਆ ਸੀ, ਬਹਾਦਰੀ ਦਿਖਾਈ ਸੀ, ਉਹ ਵੀ ਕੋਲ ਹੈ, ਉਹ ਵੀ ਸੁਣ ਰਿਹਾ ਹੈ। ਭਾਈ ਰੂਪਾ ਇਹ ਸਾਰੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਰਹੇ ਹਨ। ਜੋ ਵੀ ਆਉਂਦਾ ਹੈ ਮਨ ਵਾਂਛਤ ਫਲ ਪਾ ਕੇ ਜਾਂਦਾ ਹੈ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਹਨ ਨਿਤਨੇਮੀ ਪ੍ਰੇਮੀ ਹਨ। ਸਿੱਖ ਰਹੇ ਗੁਰ ਪਾਸ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਸਾਰੇ ਸਿੱਖ ਰਹਿੰਦੇ ਹਨ। ਕਈ ਦਰਸ਼ਨ ਪਰਸਨ ਕਰਕੇ ਕੁਝ ਦਿਨ ਰਹਿ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕਈ ਇੱਥੇ ਹੀ ਰਹਿ ਪੈਂਦੇ ਹਨ। ਗੁਰੂ ਸਾਹਿਬ ਜੀ ਨੇ ਭਾਈ ਭਾਨਾ ਜੀ, ਜੋਧ ਰਾਏ, ਭਾਈ ਰੂਪਾ ਜੀ ਇਤਿਆਦਿਕ ਮੁਖੀ ਸਿੱਖਾਂ ਨੂੰ ਜਿਨ੍ਹਾਂ ਦੇ ਨਾਲ ਬਹੁਤ ਪਿਆਰ ਕਰਦੇ ਸਨ, ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ, ਆਪਣੇ ਕੋਲ ਰੋਕ ਲਿਆ ਕਿ ਤੁਸੀਂ ਠਹਿਰ ਕੇ ਜਾਇਓ। ਫਿਰ ਗੁਰੂ ਸਾਹਿਬ ਜੀ ਆਪਣੇ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਬਹੁਤ ਪਿਆਰ ਕਰਦੇ ਹਨ। ਜਿੱਧਰ ਵੀ ਜਾਂਦੇ ਹਨ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾਦਾ ਗੁਰੂ ਜੀ ਦੇ ਨਾਲ ਨਾਲ ਜਾਂਦੇ ਹਨ। ਜੇ ਘੋੜੇ 'ਤੇ ਅਸਵਾਰ ਹੋ ਕੇ ਜਾਣ ਤਾਂ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਵੀ ਘੋੜੇ 'ਤੇ ਅਸਵਾਰ ਕਰਾ ਕੇ ਲੈ ਕੇ ਜਾਂਦੇ। ਜੇ ਪਾਲਕੀ 'ਚ ਜਾਂਦੇ ਤੇ ਪਾਲਕੀ 'ਚ ਅਸਵਾਰ ਕਰਾ ਕੇ ਲੈ ਕੇ ਜਾਂਦੇ ਸਨ। ਸੋ ਇਸ ਤਰ੍ਹਾਂ ਬਹੁਤ ਪਿਆਰ ਕਰਦੇ ਹਨ। ਬਹੁਤਾ ਰੁੱਖ ਦੇਖ ਕਰਕੇ ਸਿੱਖ ਅਨੁਮਾਨ ਲਗਾ ਰਹੇ ਹਨ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੋਟੇ ਪੋਤਰੇ ਨੂੰ ਹੀ ਗੁਰਿਆਈ ਦੇਣਗੇ। ਇਉਂ ਜਾਪਦਾ ਹੈ, ਅਨੁਮਾਨ ਲਗਾ ਰਹੇ ਹਨ, ਕਿਉਂਕਿ ਸੋ ਬਹੁਤ ਗੰਭੀਰਤਾ ਹੈ ਇਹਨਾਂ ਦੇ ਵਿੱਚ ਔਰ ਸ਼ਾਂਤ ਸੁਭਾਅ ਵਾਲੇ ਹਨ, ਤਿਆਗੀ ਬੈਰਾਗੀ ਹਨ, ਤਖਤ ਦੇ ਬੈਠਣ ਦੇ ਲਾਇਕ ਹਨ। ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ। ਸੋ ਸਿੱਖ ਅਨੁਮਾਨ ਲਗਾ ਰਹੇ ਹਨ, ਉਹਨਾਂ ਦਾ ਅਨੁਮਾਨ ਸਹੀ ਨਿਕਲੇਗਾ ਅੱਗੇ ਚੱਲ ਕੇ। ਇਸ ਤਰ੍ਹਾਂ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਬਹੁਤਾ ਪਿਆਰ ਕਰਦੇ ਹਨ। ਜਿੱਥੇ ਛੋਟੇ ਪੋਤਰੇ ਨੂੰ ਬਹੁਤ ਪਿਆਰ ਕਰਦੇ ਹਨ, ਉੱਧਰ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪਿਆਰ ਕਰਦੇ ਹਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਲਈ ਅਕਾਲ ਤਖਤ 'ਤੇ ਜਾਇਆ ਕਰਦੇ ਸਨ, ਸਿੰਘਾਸਣ 'ਤੇ ਬੈਠੇ ਹੋਏ 6ਵੇਂ ਪਾਤਸ਼ਾਹ ਆਪਣਾ ਸੱਜਾ ਚਰਨ ਚੁੱਕ ਕਰਕੇ, ਆਪਣਾ ਸੱਜਾ ਗੋਡਾ ਚੁੱਕ ਕਰਕੇ ਆਪਣੇ ਚਰਨਾਂ 'ਚ ਬਿਠਾਉਂਦੇ ਸਨ। ਇੰਨਾ ਸਤਿਕਾਰ ਕਰਦੇ ਸਨ, ਜਾਣਦੇ ਸਨ ਕਿ ਇੱਕ ਦਿਨ ਇਹ ਆਉਣ ਵਾਲੇ ਸਮੇਂ ਵਿੱਚ ਗੁਰੂ ਬਣਨਗੇ। ਔਰ ਇਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਨਾਲ ਬਹੁਤ ਪਿਆਰ ਕਰਦੇ ਸੀ ਕਿ ਸਾਥੋਂ ਮਗਰੋਂ 7ਵੀਂ ਗੁਰਤਾ ਗੱਦੀ 'ਤੇ ਇਹੀ ਬੈਠਣਗੇ। ਇਸ ਕਰਕੇ ਬਹੁਤਾ ਪਿਆਰ ਦੇਖ ਕਰਕੇ ਸਾਰੇ ਸਿੱਖ ਹੈਰਾਨ ਹੁੰਦੇ ਹਨ। ਸਿੱਖ ਐਸੇ ਸਿੱਧਕੀ ਹਨ ਜੋ ਰਿੱਧੀਆਂ ਸਿੱਧੀਆਂ ਨੂੰ ਵੀ ਨਹੀਂ ਮੰਨਦੇ, ਸਵੀਕਾਰ ਨਹੀਂ ਕਰਦੇ, ਕਿਉਂਕਿ ਰਿੱਧ ਸਿੱਧ ਸਭ ਮੋਹ ਹੈ। ਮੋਹ ਪੈਦਾ ਕਰਨ ਵਾਲੀਆਂ ਰਿੱਧੀਆਂ ਸਿੱਧੀਆਂ ਹਨ। ਜੋਗੀ ਲੋਕ ਗੋਰਖਨਾਥ ਵਰਗੇ ਰਿੱਧੀਆਂ ਸਿੱਧੀਆਂ ਪਾ ਕੇ ਲੋਕਾਂ ਨੂੰ ਡਰਾ ਕੇ ਆਪਦੀ ਈਨ ਮਨਵਾਉਂਦੇ ਸਨ। ਪਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੋਰਖਨਾਥ ਨੂੰ ਕਿਹਾ, ਐ ਗੋਰਖਨਾਥ, ਤੂੰ ਰਿੱਧੀਆਂ ਸਿੱਧੀਆਂ ਪਾ ਕੇ ਤਪੋ ਬਲ ਦੇ ਨਾਲ ਲੋਕਾਂ ਨੂੰ ਡਰਾਉਂਦਾ ਫਿਰਦਾ, ਇਹ ਚੰਗੀ ਗੱਲ ਨਹੀਂ। ਰਿੱਧੀਆਂ ਸਿੱਧੀਆਂ ਸਭ ਮੋਹ ਰੂਪ ਹਨ। ਨਾਮ ਨਾ ਵਸੈ ਮਨ ਆਏ। ਵਾਹਿਗੁਰੂ ਦਾ ਨਾਮ ਆ ਕੇ ਨਹੀਂ ਵਸਦਾ ਜੋ ਰਿੱਧੀਆਂ ਸਿੱਧੀਆਂ ਦੇ ਮਗਰ ਲੱਗੇ ਰਹਿੰਦੇ ਹਨ। ਪਰ ਜੋ ਨਾਮ ਜਪਦੇ ਹਨ ਉਹਨਾਂ ਦੇ ਮਗਰ ਰਿੱਧੀਆਂ ਸਿੱਧੀਆਂ ਆਪੇ ਤੁਰੀਆਂ ਆਉਂਦੀਆਂ ਹਨ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ,
ਜੋ ਹਰ ਹਿਰਦੈ ਸਦਾ ਵਸਾਏ। ਸੋ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਿੱਧ ਅਸ਼ਟ ਦਸ ਔਚਕ ਆਏ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ ਕਿ 10 ਤੇ 8 18 ਸਿੱਧੀਆਂ ਅਚਾਨਕ ਹੀ ਗੁਰੂ ਘਰ ਵਿੱਚ ਆਉਂਦੀਆਂ ਹਨ। ਕਿਉਂਕਿ ਤੀਜੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨੀ ਮਾਇਆ ਲਗਾਈ ਸੀ। ਰਿੱਧੀਆਂ ਸਿੱਧੀਆਂ ਉਸ ਵੇਲੇ ਤੋਂ ਹਰਿਮੰਦਰ ਸਾਹਿਬ ਵਿਖੇ ਆਈਆਂ। ਪਹਿਲੇ ਜਾਮੇ ਵਿੱਚ ਮਾਇਆ ਦੇ ਨਾਲ ਵਾਅਦਾ ਕੀਤਾ ਸੀ। ਮਾਇਆ ਨੇ ਬੇਨਤੀ ਕੀਤੀ, ਹੇ ਮਹਾਰਾਜ ਆਪਣੇ ਚਰਨਾਂ ਦੇ ਨਾਲ ਲਗਾ ਕਰਕੇ ਸਾਨੂੰ ਸਫਲ ਕਰੋ, ਸਾਨੂੰ ਅੰਗੀਕਾਰ ਕਰੋ। ਕਿਹਾ ਅਜੇ ਨਹੀਂ, ਜਦੋਂ ਸਮਾਂ ਆਵੇਗਾ ਫਿਰ ਤੈਨੂੰ ਚਰਨੀ ਲਾ ਕੇ ਸਫਲ ਕਰਾਂਗੇ, ਤੈਨੂੰ ਚੌਥੇ ਜਾਮੇ ਵਿੱਚ ਸਫਲ ਕਰਾਂਗੇ। ਹੁਣ ਸਾਥੋਂ ਤੂੰ ਦੂਰ ਰਹੀਂ, 12 ਕੋਹਾਂ ਤੇ ਤੂੰ ਰਹੇਂਗੀ, ਨੇੜੇ ਆਉਣ ਦੀ ਕੋਸ਼ਿਸ਼ ਨਾ ਕਰੀ। ਸੋ ਪਹਿਲੇ ਜਾਮੇ ਵੇਲੇ ਮਾਇਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ 12 ਕੋਹਾਂ ਦੀ ਦੂਰੀ ਤੇ ਸੀ। ਦੂਜੇ ਸਰੂਪ ਵੇਲੇ ਮਾਇਆ 3 ਕੋਹਾਂ ਤੇ ਆ ਗਈ। ਤੀਜੇ ਸਰੂਪ ਵੇਲੇ ਮਾਇਆ ਬੂਹੇ ਤੇ ਆ ਗਈ। ਚੌਥੇ ਸਰੂਪ ਵੇਲੇ ਮਾਇਆ ਅੰਦਰ ਪ੍ਰਵੇਸ਼ ਕਰ ਗਈ। ਜਦੋਂ ਤੀਜੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਚੌਥੇ ਪਾਤਸ਼ਾਹ ਜੀ ਨੂੰ ਗੁਰਿਆਈ ਦਿੱਤੀ ਹੈ, ਨਾਲ ਮਾਇਆ ਚਰਨੀ ਲਗਾ ਦਿੱਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਗੁਰੂ ਗਰੀਬ ਨਿਵਾਜ, ਮੈਨੂੰ ਇਸ ਜੰਜਾਲ 'ਚ ਕਿਉਂ ਪਾਉਂਦੇ ਹੋ, ਮੈਨੂੰ ਇਸ ਤੋਂ ਦੂਰ ਹੀ ਰੱਖੋ। ਕਿਹਾ ਪੁਰਖਾ, ਅਸਾਂ ਨੇ ਪਹਿਲੇ ਜਾਮੇ 'ਚ ਵਾਅਦਾ ਕੀਤਾ ਸੀ ਕਿ ਤੈਨੂੰ ਚੌਥੇ ਜਾਮੇ 'ਚ ਸਫਲ ਕਰਾਂਗੇ, ਸੋ ਇਸ ਕਰਕੇ ਤੁਹਾਡੇ ਚਰਨੀ ਲਾਈ ਹੈ। ਇਹ ਤੁਹਾਡਾ ਕੁਝ ਵਿਗਾੜੇਗੀ ਨਹੀਂ, ਅਨੁਸਾਰੀ ਹੋ ਕੇ ਚੱਲੇਗੀ। ਸੋ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ, 9 ਨਿਧੀਆਂ ਤੇ 18 ਸਿੱਧੀਆਂ ਅਚਾਨਕ ਗੁਰੂ ਘਰ ਵਿੱਚ ਆਉਂਦੀਆਂ ਹਨ। ਫਿਰੈ ਅਗਾਰੇ ਮਨ ਬਿਰਮਾਏ। ਮਨ ਨੂੰ ਬਿਰਮਾ ਕਰਕੇ ਬੂਹੇ ਅੱਗੇ ਖਲੋਤੀ ਰਹਿੰਦੀ ਹੈ। ਸਾਧੂ ਕੈ ਠਾਂਡੀ ਦਰਬਾਰ, ਸਰਨ ਤੇਰੀ ਮੋਕੋ ਨਿਸਤਾਰ। ਹੇ ਸੰਤੋ, ਮੈਂ ਆਪ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆਈ ਹਾਂ, ਮੇਰਾ ਉਧਾਰ ਕਰੋ। ਇਉਂ ਅੱਗੇ ਖਲੋਤੀ ਰਹਿੰਦੀ ਹੈ। ਨਿਜ ਨਿਜ ਸਕਤ ਜਨਾਵਹਿ ਸੋਏ। ਸਾਰੀਆਂ ਰਿੱਧੀਆਂ ਸਿੱਧੀਆਂ ਆਪੋ ਆਪਣੀਆਂ ਸ਼ਕਤੀਆਂ ਜਣਾਉਂਦੀਆਂ ਹਨ। ਜਿਮ ਚਾਹੈ ਸੋ ਤਤ ਛਿਨ ਹੋਏ। ਜਿਵੇਂ ਰਿੱਧੀਆਂ ਸਿੱਧੀਆਂ ਚਾਹੁੰਦੀਆਂ ਹਨ ਉਵੇਂ ਹੋ ਜਾਂਦਾ ਹੈ। ਨਭ ਕੋ ਚੜਨ ਪਤਾਲ ਸਿਧਾਵਨ। ਕਦੇ ਆਕਾਸ਼ ਵਿੱਚ ਉੱਡ ਜਾਣਾ, ਕਦੇ ਪਤਾਲ ਵਿਖੇ ਪ੍ਰਵੇਸ਼ ਕਰ ਜਾਣਾ। ਮੇਰ ਮਨਿੰਦ ਸਰੀਰ ਬਨਾਵਨ। ਰਿੱਧੀਆਂ ਸਿੱਧੀਆਂ ਦੇ ਬਲ ਕਰਕੇ, ਸਿੱਧੀਆਂ ਦੇ ਬਲ ਕਰਕੇ ਆਪਣੇ ਸਰੀਰ ਨੂੰ ਸੁਮੇਰ ਪਰਬਤ ਵਾਂਗ ਬਣਾ ਲੈਣਾ। ਵੈਸੇ ਤਾਂ 18 ਸਿੱਧੀਆਂ ਹਨ, ਪਰ ਪ੍ਰਮੁੱਖ 8 ਸਿੱਧੀਆਂ ਮੰਨੀਆਂ ਹਨ। 4 ਪਦਾਰਥ ਅਸ਼ਟ ਦਸ਼ਾ ਸਿੱਧ। ਸੋ 8 ਮਹਾ ਸਿੱਧੀਆਂ ਕਿਹੜੀਆਂ ਹਨ? ਸਭ ਤੋਂ ਪਹਿਲਾਂ ਅਣਿਮਾ, ਗਰਿਮਾ, ਲਘਿਮਾ, ਮਹਿਮਾ, ਦੂਰ ਦਰਸ਼ਨ, ਦੂਰ ਸਰਵਣ, ਵਸੀਕਰਨ ਤੇ ਅੰਤਰਜਾਮਤਾ। ਇਹ 8 ਮਹਾ ਸਿੱਧੀਆਂ ਹਨ। ਸੋ ਆਪਣੇ ਨੂੰ ਵੱਡੇ ਤੋਂ ਵੱਡਾ, ਵਿਸ਼ਾਲ ਤੋਂ ਵਿਸ਼ਾਲ ਬਣਾ ਲੈਣਾ। ਅਣੂ ਤੇ ਅਣੂ ਤਤ ਛਿਨ ਬਨ ਜਾਵਨ। ਇਹ ਸਿੱਧੀ ਦੇ ਬਲ ਕਰਕੇ ਅਣੂ ਤੋਂ ਵੀ ਅਣੂ, ਨਿੱਕੇ ਤੋਂ ਨਿੱਕਾ ਅਣੂ ਬਣ ਜਾਣਾ, ਛੋਟੇ ਤੋਂ ਛੋਟਾ ਰੂਪ ਧਾਰ ਲੈਣਾ। ਗੁਪਤ ਬਿਦਤ ਜਿਮ ਮਨ ਭਾਵਨ।
ਚਾਹੇ ਗੁਪਤ ਹੋ ਜਾਵੇ ਚਾਹੇ ਪ੍ਰਗਟ ਹੋ ਜਾਵੇ, ਜਿਵੇਂ ਮਨ ਵਿੱਚ ਭਾਵੇ ਉਵੇਂ ਹੀ ਕਰਦੇ ਹਨ। ਤਿਨ ਕੋ ਗੁਰ ਸਿੱਖ ਨਹਿ ਸਨਮਾਨ ਹੈ, ਪਰ ਇਨ੍ਹਾਂ ਰਿੱਧੀਆਂ ਸਿੱਧੀਆਂ ਨੂੰ ਗੁਰੂ ਕੇ ਸਿੱਖ ਸਨਮਾਨ ਨਹੀਂ ਕਰਦੇ, ਅੰਗੀਕਾਰ ਨਹੀਂ ਕਰਦੇ। ਅੰਤਰ ਬ੍ਰਿਤੀ ਮਹਾ ਸੁਖ ਠਾਨ ਹੈ, ਉਹ ਅੰਤਰਮੁਖੀ ਬਿਰਤੀ ਧਾਰਨ ਕਰਕੇ ਸੰਸਾਰ ਤੋਂ ਉਪਰਾਮ ਹੋ ਕੇ, ਰਿੱਧੀਆਂ ਸਿੱਧੀਆਂ ਤੋਂ ਉਪਰਾਮ ਹੋ ਕੇ ਰਹਿੰਦੇ ਹਨ। ਨਿਸ ਦਿਨ ਠਾਡੇ ਰਹਤ ਅਗਾਰੇ, ਦਿਨ ਰਾਤ ਇਹ ਰਿੱਧੀਆਂ ਸਿੱਧੀਆਂ ਗੁਰੂ ਦਰਬਾਰ ਦੇ ਅੱਗੇ ਖਲੋਤੀਆਂ ਰਹਿੰਦੀਆਂ ਹਨ। ਆਸ ਗੁਰ ਮਤ ਅਤ ਚਿਤ ਹਿਤਕਾਰੇ, ਔਰ ਇਸ ਤਰ੍ਹਾਂ ਹਿਤਕਾਰੀ ਪ੍ਰੇਮ ਕਰਨ ਵਾਲੀ ਸੁਖ ਦੇਣ ਵਾਲੀਆਂ ਜੋ ਰਿੱਧੀਆਂ ਸਿੱਧੀਆਂ ਹਨ, ਉਹ ਨਾਮ ਜਪਣ ਵਾਲਿਆਂ ਦੇ ਮਗਰ ਮਗਰ ਆਪ ਹੀ ਤੁਰੀਆਂ ਫਿਰਦੀਆਂ ਹਨ। ਰਹਿ ਸਿੱਖ ਗੁਰ ਟਿਗ ਬੜ ਭਾਗੇ, ਜਿਹੜੇ ਬੜ ਭਾਗੇ ਸਿੱਖ ਗੁਰੂ ਕੀ ਹਜ਼ੂਰੀ ਵਿੱਚ ਰਹਿੰਦੇ ਹਨ। ਭਾਗ ਪੰਕਜ ਕੇ ਪ੍ਰੇਮਹਿ ਪਾਗੇ, ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਪ੍ਰੇਮ ਰਸ ਵਿੱਚ ਤਦਾਕਾਰ ਹੋਏ ਰਹਿੰਦੇ ਹਨ। ਸਤ ਨਾਮ ਜਾਚਹਿ ਕਰ ਅਰਜੀ, ਉਹ ਸਦ ਅਰਜੀ ਕਰਕੇ ਬੇਨਤੀ ਕਰਕੇ ਸਦ ਨਾਮ ਦੀ ਦਾਤ ਮੰਗਦੇ ਹਨ। ਆਜਰ ਜਰਨ ਵਰਤਹਿ ਗੁਰ ਮਰਜੀ, ਔਰ ਗੁਰਾਂ ਦੀ ਮਰਜ਼ੀ ਵਰਤਦੀ ਹੈ। ਅਜਰ ਸ਼ਕਤੀਆਂ ਨੂੰ ਜਰਨ ਦੀ ਦਾਤ ਮੰਗਦੇ ਹਨ ਕਿ ਹੇ ਸਤਿਗੁਰੂ ਮੈਨੂੰ ਐਸੀ ਦਾਤ ਬਖਸ਼ਿਸ਼ ਕਰੋ ਕਿ ਸ਼ਕਤੀ ਪਾ ਕੇ ਵੀ ਮੈਂ ਆਪਣਾ ਆਪ ਨਾ ਜਣਾਵਾਂ, ਆਪਸ ਕਉ ਕਰ ਕਛ ਨ ਜਨਾਵੈ। ਜਿਹੜੇ ਗੁਰਮੁਖ ਹਨ ਉਹ ਆਪ ਨਹੀਂ ਜਣਾਉਂਦੇ, ਸੋ ਅਜਰ ਸ਼ਕਤੀਆਂ ਨੂੰ ਜਰਨ ਦੀ ਸਮਰੱਥਾ ਰੱਖਦੇ ਹਨ। ਐਸੇ ਸਿੱਖ ਰਹਿ ਗੁਰ ਪਾਸ, ਐਸੇ ਸਿੱਖ ਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਹਨ। ਅਪਰ ਮੇਲ ਸਭ ਗਇਓ ਆਵਾਸ, ਹੋਰ ਸਾਰਾ ਮੇਲ ਆਪੋ ਆਪਣੇ ਘਰਾਂ ਨੂੰ ਚਲਾ ਗਿਆ, ਜੋ ਰਿਸ਼ਤੇਦਾਰ ਸੰਬੰਧੀ ਆਏ ਸਨ। ਪਾਏ ਕਾਮਨਾ ਸੋ ਜਸ ਉਚਾਰੈ, ਮਨ ਬਾਛਤ ਕਾਮਨਾ ਪਾ ਕਰਕੇ ਸ੍ਰੇਠ ਜਸ ਉਚਾਰਦੇ ਗਏ। ਦੇਸ ਵਿਦੇਸਨ ਮਹਿ ਵਿਸਤਾਰੈ, ਦੇਸਾਂ ਵਿਦੇਸਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਫੈਲਿਆ। ਦੋਹਰਾ ਥਿਰੈ ਗੁਰੂ ਸਭ ਸਭਾ ਮਹਿ, ਸ਼ਬਦ ਸੁਨਹਿ ਬਿਚ ਰਾਗ। ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੇ ਇਤਿਹਾਸ ਵਿੱਚ ਵਰਣਨ ਕਰ ਰਹੇ ਹਨ। ਗੁਰੂ ਸਾਹਿਬ ਜੀ ਗੁਰ ਸਭਾ ਵਿੱਚ ਸਥਿਤ ਹੋ ਕਰਕੇ ਰਾਗ ਵਿੱਚ ਰਬਾਬੀਆਂ ਪਾਸੋਂ ਸ਼ਬਦ ਕੀਰਤਨ ਸੁਣਦੇ ਹਨ। ਜਿਨ ਤੇ ਮਨ ਪਾਵਨ ਬਨੈ, ਉਪਜੈ ਪ੍ਰਭੂ ਅਨਰਾਗ। ਜਿਸ ਰਾਗ ਵਿੱਚ ਕੀਰਤਨ ਸ਼ਬਦ ਸਰਵਣ ਕਰਕੇ ਮਨ ਵਿੱਚ ਉਹ ਪ੍ਰੇਮ, ਮਨ ਪਵਿੱਤਰ ਪਾਵਨ ਹੁੰਦਾ ਹੈ ਤੇ ਪ੍ਰਭੂ ਦਾ ਪ੍ਰੇਮ ਉਤਪੰਨ ਹੁੰਦਾ ਹੈ। ਚਉਪਏ ਭਗਤ ਗਿਆਨ ਬੈਰਾਗ ਵਿਵੇਕ, ਭਗਤੀ ਗਿਆਨ ਬੈਰਾਗ ਅਤੇ ਵਿਵੇਕ। ਨਿਗੁਣ ਸਗੁਣ ਕੀ ਆਤਮ ਟੇਕ, ਨਿਰਗੁਣ ਤੇ ਸਰਗੁਣ ਦੀ ਟੇਕ ਇੱਕ ਆਤਮਾ ਹੈ। ਇਤਿਆਦਿਕ ਚਰਚਾ ਸੰਗ ਭਾਨੇ, ਇਤਿਆਦਿਕ ਚਰਚਾ ਭਾਨੇ ਜੀ ਦੇ ਨਾਲ ਗੁਰੂ ਸਾਹਿਬ ਜੀ ਕਰ ਰਹੇ ਹਨ। ਸੁਨਤ ਜੋਧ ਸਤਿਗੁਰੂ ਬਖਾਨੇ, ਜੋਧ ਰਾਏ ਸਤਿਗੁਰਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਸ਼ੁਭ ਉਪਦੇਸ਼ ਸੁਣ ਕੇ ਨਿਹਾਲ ਹੋ ਰਿਹਾ ਹੈ। ਰੂਪੇ ਆਦ ਸਿੱਖ ਬਹੁ ਸੁਨੈ, ਭਾਈ ਰੂਪੇ ਤੋਂ ਆਦਿਕ ਬਹੁਤ ਸਾਰੇ ਸਿੱਖ ਸੁਣਦੇ ਹਨ। ਗੁਰ ਉਪਦੇਸ਼ ਹਿਰਦੈ ਪੁਨ ਗੁਨੈ, ਉਹ ਹਿਰਦੇ ਵਿੱਚ ਗੁਰਾਂ ਦਾ ਉਪਦੇਸ਼ ਸੁਣ ਕਰਕੇ ਵਿਚਾਰਦੇ ਹਨ। ਸਤ ਸੰਗਤ ਕੀ ਪੰਗਤ ਹੋਤ, ਸਤ ਸੰਗਤ ਦੀ ਪੰਗਤ ਹੁੰਦੀ ਹੈ। ਬ੍ਰਹਮ ਗਿਆਨ ਕੋ ਹਿਰਦੈ ਉਦੋਤ, ਹਿਰਦੇ ਵਿੱਚ ਬ੍ਰਹਮ ਗਿਆਨ ਉਦੋਤ ਪੈਦਾ ਹੁੰਦਾ ਹੈ। ਮੁਕਤ ਉਚਿਤ ਨਰ ਭਏ ਅਨੇਕ, ਅਨੇਕਾਂ ਹੀ ਮਨੁੱਖ ਜਿਹੜੇ ਮੁਕਤੀ ਦੇ ਯੋਗ ਅਧਿਕਾਰੀ ਬਣ ਗਏ। ਗੁਰ ਪ੍ਰਤਾਪ ਤੇ ਪਾਏ ਵਿਵੇਕ, ਗੁਰਾਂ ਦੇ ਪ੍ਰਤਾਪ ਕਰਕੇ ਕਿਰਪਾ ਸਦਕਾ ਵਿਵੇਕ ਗਿਆਨ ਪ੍ਰਾਪਤ ਕਰ ਲਿਆ। ਦੋ ਤੋਂ ਇੱਕ ਹੋਣ ਦਾ ਗਿਆਨ ਪ੍ਰਾਪਤ ਹੋ ਗਿਆ। ਬੀਤੀ ਸਰਦ ਹਿਮ ਰੁਤ ਪੁਨ ਆਈ, ਔਰ ਸਰਦ ਰੁੱਤ ਬਤੀਤ ਹੋ ਗਈ। ਅਸੂ ਕੱਤਕ ਦਾ ਮਹੀਨਾ ਬੀਤ ਗਿਆ
ਹੁਣ ਮੱਘਰ ਤੇ ਪੋਹ ਦਾ ਮਹੀਨਾ ਆ ਗਿਆ। ਪਾਰਾ ਪਰਹ ਜਗਤ ਅਧਿਕਾਏ ਸਾਰੇ ਜਗਤ ਵਿੱਚ ਬਹੁਤ ਪਾਲਾ ਪੈਣ ਲੱਗਿਆ। ਕੀਰਤਪੁਰ ਹੀ ਸਤਿਗੁਰ ਬਾਸੇ ਕੀਰਤਪੁਰ ਸਾਹਿਬ ਵਿਖੇ ਹੀ ਸਤਿਗੁਰਾਂ ਦਾ ਨਿਵਾਸ ਹੈ। ਭਏ ਸ਼ਾਂਤ ਚਿਤ ਸੁਜਸ ਪ੍ਰਕਾਸ਼ੇ ਸ਼ਾਂਤ ਚਿਤ ਹੋ ਕਰਕੇ ਸ੍ਰੇਠ ਜਸ ਪ੍ਰਕਾਸ਼ਦੇ ਹਨ। ਸਤਰੂ ਤੁਰਕ ਲਾਖੋ ਰਣ ਮਾਰੇ ਰਣ ਭੂਮੀ ਵਿੱਚ ਲੱਖਾਂ ਹੀ ਤੁਰਕ ਸ਼ਤਰੂ ਮਾਰੇ। ਅਰੇ ਆਏ ਸਗਰੇ ਸੋ ਹਾਰੇ ਜੋ ਅੜ ਕੇ ਅੱਗੇ ਆਏ ਉਹ ਸਾਰੇ ਹਾਰ ਕੇ ਚਲੇ ਗਏ। ਸ੍ਰੀ ਹਰਿ ਰਾਏ ਸੰਗ ਬਹੁ ਨੇਹੋ ਗੁਰੂ ਹਰਿਰਾਏ ਸਾਹਿਬ ਜੀ ਜੋ ਛੋਟੇ ਪੋਤਰੇ ਹਨ ਛੇਵੇਂ ਪਾਤਸ਼ਾਹ ਜੀ ਦੇ, ਉਹ ਹਰ ਸਮੇਂ ਨਾਲ ਰਹਿੰਦੇ ਹਨ। ਮਰਦਲ ਬਾਗ ਤੇ ਕਰਤ ਅਛੇ ਹੋ ਔਰ ਮਿਰਦਲ ਕੋਮਲ ਬਚਨ ਕਹਿ ਕੇ ਬਹੁਤ ਪ੍ਰੇਮ ਸਤਕਾਰ ਕਰਦੇ ਹਨ। ਨਿਸ ਦਿਨ ਨਿਜ ਸਮੀਪ ਹੀ ਰਾਖੈ ਛੇਵੇਂ ਪਾਤਸ਼ਾਹ ਆਪਣੇ ਛੋਟੇ ਪੋਤਰੇ ਨੂੰ ਦਿਨ ਰਾਤ ਆਪਦੇ ਕੋਲ ਹੀ ਰੱਖਦੇ ਹਨ। ਪ੍ਰਤਕ ਹੋਨ ਕੋ ਕਬਹੁ ਨ ਕਾਖੈ ਵੱਖਰੇ ਹੋਣ ਦੀ ਕਦੇ ਇੱਛਾ ਨਹੀਂ ਰੱਖਦੇ। ਸਦਨ ਥਿਰੈ ਤੋ ਬੈਠਹਿ ਤੀਰ ਜੇ ਘਰ ਵਿੱਚ ਸਥਿਤ ਹੋਣ ਬਿਰਾਜਮਾਨ ਹੋਣ ਤਾਂ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਦਾਦਾ ਗੁਰੂ ਜੀ ਦੇ ਕੋਲ ਬੈਠੇ ਰਹਿੰਦੇ। ਜੇਕਰ ਚੜੈ ਕਬਹਿ ਗੁਰ ਧੀਰ ਜੇਕਰ ਧੀਰਜਵਾਨ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਕਿਧਰੇ ਬਾਹਰ ਜਾਣ, ਹੈ ਚੜਾਏ ਕਰ ਸੰਗ ਲਿਜਾਵੈ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਘੋੜੇ ਤੇ ਸਵਾਰ ਕਰਾ ਕੇ ਨਾਲ ਲੈ ਕੇ ਜਾਂਦੇ। ਸਿਵਕਾ ਚੜੈ ਤਾ ਸਾਥ ਚੜਾਵੈ ਜੇ ਪਾਲਕੀ ਤੇ ਚੜ ਕੇ ਜਾਣ ਛੇਵੇਂ ਪਾਤਸ਼ਾਹ ਤਾਂ ਪੁੱਤਰ ਛੋਟੇ ਪੋਤਰੇ ਨੂੰ ਵੀ ਪਾਲਕੀ 'ਚ ਬਿਠਾ ਕੇ ਲੈ ਜਾਂਦੇ। ਸਤਦਰਵ ਕੂਲ ਸੈਲ ਕੋ ਜਾਏ ਸਤਲੁਜ ਦਰਿਆ ਦੇ ਕਿਨਾਰੇ ਸੈਲ ਕਰਨ ਲਈ ਜਾਂਦੇ ਹਨ। ਕੈ ਸੈਲਨ ਕੇ ਸਿਖਰ ਸਿਧਾਏ ਕਦੇ ਸੈਲ ਕਰਦੇ ਹੋਏ ਪਹਾੜਾਂ ਦੀ ਚੋਟੀ ਦੇ ਉੱਪਰ ਚਲੇ ਜਾਂਦੇ ਹਨ, ਸਿਖਰ ਤੇ ਚਲੇ ਜਾਂਦੇ ਹਨ। ਫੇਰਤ ਕਬਹੂ ਕੰਦਰਾ ਵਿਚਰਤ ਕਦੇ ਪਹਾੜ ਦੀਆਂ ਕੰਦਰਾਂ ਵਿਖੇ ਵਿਚਰਦੇ ਹਨ। ਸ੍ਰੀ ਹਰਿ ਰਾਏ ਸੰਗ ਰਹਿ ਜਿਤ ਕਿਤ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜਿੱਥੇ ਕਿਥੇ ਦਾਦਾ ਗੁਰੂ ਜੀ ਜਾਂਦੇ ਹਨ ਨਾਲ ਰਹਿੰਦੇ ਹਨ। ਸੁੰਦਰ ਵਸਤ ਅਨਕ ਪਹਿਰਾਵੈ ਛੇਵੇਂ ਪਾਤਸ਼ਾਹ ਆਪਣੇ ਛੋਟੇ ਪੋਤਰੇ ਦੇ ਨਾਲ ਬਹੁਤ ਪਿਆਰ ਕਰਦੇ ਹਨ। ਸੁੰਦਰ ਵਸਤਰ ਗਹਿਣੇ ਪਹਿਨਾਉਂਦੇ ਹਨ। ਭਾਂਤ ਭਾਂਤ ਭੂਖਨ ਬਨਵਾਵੈ ਨਾਨਾ ਪ੍ਰਕਾਰ ਦੇ ਹੀਰੇ ਜੜਤ ਰਤਨ ਜੜਤ ਗਹਿਣੇ ਪਵਾਉਂਦੇ ਹਨ ਤਿਆਰ ਕਰਵਾ ਕੇ। ਪਹਿਰਾਵੈ ਕਰ ਪ੍ਰੇਮ ਕਨੇਰੇ ਬਹੁਤਾ ਪ੍ਰੇਮ ਕਰਕੇ ਛੋਟੇ ਪੋਤਰੇ ਨੂੰ ਪਿਆਰ ਕਰਦਿਆਂ ਪਹਿਰਾਉਂਦੇ ਹਨ। ਸੋਭਤ ਸ੍ਰੀ ਹਰਿ ਰਾਏ ਬਡੇਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਹੁਤ ਸੁਭਾਇਮਾਨ ਹੋ ਰਹੇ ਹਨ। ਸੂਰਜ ਮਲ ਬੈਠੇ ਬਹੁ ਪਾਸ ਬਾਬਾ ਸੂਰਜ ਮਲ ਜੀ ਵੀ ਆਪਣੇ ਗੁਰੂ ਪਿਤਾ ਜੀ ਦੇ ਪਾਸ ਬਹੁਤਾ ਸਮਾਂ ਬੈਠਦੇ ਹਨ। ਨਾਹੇ ਤਾਂ ਆਪਣੇ ਬਸੈ ਆਵਾਸ ਨਹੀਂ ਤਾਂ ਬਾਬਾ ਸੂਰਜ ਮਲ ਜੀ ਆਪਣੇ ਘਰ ਵਿੱਚ ਹੀ ਜ਼ਿਆਦਾਤਰ ਰਹਿੰਦੇ ਹਨ। ਕਬ ਕਬ ਆਵਹਿ ਤੇਗ ਬਹਾਦਰ ਸਭ ਤੋਂ ਛੋਟੇ ਸਾਹਿਬਜ਼ਾਦੇ ਕਦੇ ਕਦੇ ਗੁਰੂ ਪਿਤਾ ਜੀ ਦੇ ਦਰਸ਼ਨਾਂ ਲਈ ਆਉਂਦੇ ਹਨ। ਕਰੈ ਸਭਨ ਤੇ ਇਨ ਬਹੁ ਆਦਰ ਸਾਰੇ ਸਾਹਿਬਜ਼ਾਦਿਆਂ ਦੇ ਪੁੱਤਰਾਂ ਨਾਲੋਂ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਆਦਰ ਸਤਿਕਾਰ ਕਰਦੇ ਹਨ ਛੇਵੇਂ ਪਾਤਸ਼ਾਹ। ਨਹਿ ਬੋਲੇ ਬਹੁ ਧਾਰਹਿ ਮੌਨ ਬਹੁਤਾ ਬੋਲਦੇ ਨਹੀਂ ਹਨ, ਬਹੁਤਾ ਹੀ ਮੌਨ ਧਾਰ ਕੇ ਰੱਖਦੇ ਹਨ। ਜਗ ਵਿਵਹਾਰ ਨ ਜਾਣਹਿ ਕੌਣ ਜਗਤ ਦਾ ਕੋਈ ਵੀ ਕਾਰ ਵਿਹਾਰ ਨਹੀਂ ਜਾਣਦੇ, ਤਿਆਗੀ ਸੁਭਾਅ ਵਾਲੇ ਹਨ, ਅਲਮਸਤ ਹਨ। ਅੰਤਰ ਬ੍ਰਿਤੀ ਮਸਤ ਕੀ ਨਿਆਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਸਤਾਂ ਵਾਲੀ ਬਿਰਤੀ ਹੈ। ਸਭ ਜਾਣਹਿ ਇਹ ਲਖਹਿ ਨਕਾਈ ਸਾਰੇ ਜਾਣਦੇ ਹਨ ਕਿ ਇਹ ਕੁਝ ਜਾਣਦੇ ਨਹੀਂ ਹਨ, ਇਹਨਾਂ ਨੂੰ ਕੁਝ ਜਗਤ ਦਾ ਵਿਵਹਾਰ ਪਤਾ ਨਹੀਂ ਹੈ। ਸ੍ਰੀ ਹਰਿ ਗੋਬਿੰਦ ਹੋਏ ਇਕੰਤ ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਕਾਂਤ ਵਿੱਚ ਹੁੰਦੇ, ਕਿਦੋ ਬਹੁਤ ਨਰ ਮਹਿ ਭਗਵੰਤ ਭਗਵੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਦੇ ਤਾਂ ਇਕੱਲੇ ਬੈਠੇ ਸੁਭਾਇਮਾਨ ਹੁੰਦੇ, ਕਦੇ ਬਹੁਤ ਸਾਰੇ ਸਿੱਖ ਸੂਰਮਿਆਂ ਦੀ ਸਭਾ ਵਿੱਚ ਬੈਠੇ ਸੁਭਾਇਮਾਨ ਹੁੰਦੇ। ਬਾਸਰ 20-25 ਬਿਖੈ ਔਰ ਬਾਸਰ ਨਾਮ ਦਿਨ
20-25 ਦਿਨਾਂ ਤੋਂ ਬਾਅਦ ਜਬ ਚਿਤ ਹੋਏ ਪਿਤ ਦਰਸ਼ਨ ਪਿਖੈ ਜਦੋਂ ਚਿੱਤ ਵਿੱਚ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 20-25 ਦਿਨਾਂ ਬਾਅਦ ਆ ਕੇ ਗੁਰੂ ਪਿਤਾ ਜੀ ਦੇ ਦਰਸ਼ਨ ਕਰਦੇ ਹਨ ਅਕਾਲ ਤਖਤ ਤੇ ਆ ਕੇ। ਸਨੈ ਸਨੈ ਚਲ ਪਾਇਨ ਧਰਤ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਚੱਲਦੇ ਹਨ ਸਨੈ ਸਨੈ ਹੌਲੀ ਹੌਲੀ ਆਪਣੇ ਚਰਨ ਧਰਦੇ ਹੋਏ ਕਦਮ ਪੁੱਟਦੇ ਜਾਂਦੇ ਹਨ। ਲਾਜ ਸਹਤ ਦ੍ਰਿਗ ਨੀਚੇ ਕਰਤ ਲਾਜ ਸ਼ਰਮ ਦੇ ਸਹਿਤ ਅੱਖਾਂ ਨੀਵੀਆਂ ਪਾ ਕੇ ਚੱਲਦੇ ਹਨ। ਗੁਰ ਪਗ ਪੰਕਜ ਬੰਦਹਿ ਜਾਏ ਔਰ ਗੁਰੂ ਪਿਤਾ ਜੀ ਦੇ ਮੁਖੜੇ ਨੂੰ ਅਤੇ ਚਰਨਾਂ ਕਮਲਾਂ ਦੇ ਦਰਸ਼ਨ ਪਰਸ਼ਨ ਕਰਦੇ ਹਨ। ਹਾਥ ਜੋੜ ਕਰ ਗਰੀਬ ਨਿਵਾਏ ਦੋਨੇ ਹੱਥ ਜੋੜ ਕਰਕੇ ਸੀਸ ਨਿਵਾ ਕੇ ਮੱਥਾ ਟੇਕਦੇ ਹਨ। ਪੁੱਤਰ ਸਧੀਰਜ ਪਿਖ ਗੰਭੀਰ ਔਰ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਦਾਰ ਚਿੱਤ ਗੰਭੀਰਤਾ ਵਾਲਾ ਉਦਾਰਤਾ ਵਾਲਾ ਦੇਖ ਕਰਕੇ ਸਾਦਰ ਬੋਲ ਬਿਠਾਵਹਿ ਤੀਰ ਛੇਵੇਂ ਪਾਤਸ਼ਾਹ ਸਾਦਰ ਪੂਰਵਕ ਆਪਦੇ ਕੋਲ ਬਿਠਾਉਂਦੇ ਹਨ। ਕਬਹੂ ਜਾਨੂ ਲੇਤ ਉਚਾਏ ਕਦੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਿੰਘਾਸਣ ਤੇ ਬੈਠੇ ਹੋਏ ਆਪਣਾ ਸੱਜਾ ਗੋਡਾ ਚੁੱਕ ਲੈਂਦੇ ਹਨ। ਬੈਠੋ ਨਿਕਟ ਸਥਾਨ ਬਤਾਏ ਸਥਾਨ ਦੱਸਦੇ ਹਨ ਕਿ ਸਾਡੇ ਕੋਲ ਇੱਥੇ ਚਰਨਾਂ 'ਚ ਬੈਠੋ। ਕਬਹੂ ਗਹਿ ਕਰ ਭੁਜਾ ਬਿਠਾਵੈ ਕਦੇ ਬਾਹਾਂ ਤੋਂ ਫੜ ਕੇ ਭੁਜਾਵਾਂ ਤੋਂ ਫੜ ਕੇ ਆਪਦੇ ਕੋਲ ਬਿਠਾਉਂਦੇ ਹਨ। ਸਨਮਾਨਹਿ ਸੁਤ ਕੋ ਦਰਸਾਵੈ ਔਰ ਜਦੋਂ ਦਰਸ਼ਨ ਕਰਨ ਲਈ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਂਦੇ ਹਨ ਤੇ ਛੇਵੇਂ ਪਾਤਸ਼ਾਹ ਬਹੁਤ ਆਦਰ ਸਨਮਾਨ ਕਰਦੇ ਹਨ। ਪਿਖੈ ਨਾਨਕੀ ਕਬ ਘਰ ਮਾਹੀ ਕਦੇ ਕਦੇ ਘਰ ਵਿੱਚ ਵੀ ਬਾਹਰ ਤਾਂ ਸਤਿਕਾਰ ਕਰਦੇ ਹਨ ਦੇਖਦੇ ਹੀ ਹਨ, ਕਦੇ ਘਰ ਦੇ ਅੰਦਰ ਵੀ ਮਾਤਾ ਨਾਨਕੀ ਜੀ ਆਪਣੇ ਛੋਟੇ ਸਾਹਿਬਜ਼ਾਦੇ ਦਾ ਸਤਿਕਾਰ ਹੁੰਦਾ ਦੇਖ ਕਰਕੇ ਆਦਰ ਦੇਤ ਬਿਠਾਵੈ ਤਾਹੀ ਔਰ ਆਦਰ ਸਤਿਕਾਰ ਦੇ ਨਾਲ ਆਪਦੇ ਕੋਲ ਗੁਰੂ ਪਿਤਾ ਜੀ ਬਿਠਾਉਂਦੇ ਹਨ। ਹਿਰਦੈ ਵਿਚਾਰੈ ਇਹ ਸੁਤ ਮੇਰੋ ਔਰ ਹਿਰਦੇ ਵਿੱਚ ਮਾਤਾ ਨਾਨਕੀ ਜੀ ਵਿਚਾਰਦੇ ਹਨ ਕਿ ਇਹ ਮੇਰਾ ਪੁੱਤਰ ਜੋ ਸਭ ਤੋਂ ਛੋਟਾ ਹੈ। ਲਖੈ ਨ ਜਗ ਬਿਵਹਾਰ ਬਡੇਰੋ ਜਗਤ ਦਾ ਵੱਡਾ ਵਿਵਕਾਰ ਵਿਹਾਰ ਕੁਝ ਵੀ ਨਹੀਂ ਜਾਣਦਾ। ਕਿਹ ਸੋ ਪਿਆਰ ਨ ਬੈਠੈ ਬੋਲਹਿ ਕਿਸੇ ਦੇ ਨਾਲ ਬੈਠਣਾ ਉੱਠਣਾ ਨਹੀਂ, ਕਿਸੇ ਦੇ ਨਾਲ ਬੋਲਣਾ ਚੱਲਣਾ ਨਹੀਂ, ਪਿਆਰ ਵੀ ਨਹੀਂ ਹੈ। ਨਹੀਂ ਚਤੁਰ ਮਤ ਏਕਲ ਡੋਲਹਿ ਇਹਨਾਂ ਦੀ ਬੁੱਧੀ ਵੀ ਚਤੁਰਾਈ ਵਾਲੀ ਨਹੀਂ ਹੈ, ਚਤੁਰ ਚੰਚਲ ਨਹੀਂ ਹਨ, ਗੰਭੀਰ ਰਹਿੰਦੇ ਹਨ, ਸਦਾ ਗੰਭੀਰ ਮੁਦਰਾ 'ਚ ਬੈਠੇ ਰਹਿੰਦੇ ਹਨ ਔਰ ਕੱਲੇ ਹੀ ਡੋਲਦੇ ਫਿਰਦੇ ਹਨ। ਘਰ ਮਹਿ ਬੈਠ ਇਕਾਂਕੀ ਰਹੈ ਘਰ ਦੇ ਵਿੱਚ ਬੈਠਦੇ ਹਨ, ਇਕਾਂਤ ਵਿੱਚ ਬੈਠੇ ਰਹਿੰਦੇ ਹਨ। ਕਿਹ ਮਸੰਦ ਸੋ ਮੇਲ ਨ ਲਹੈ ਕਿਸੇ ਮਸੰਦ ਦੇ ਨਾਲ ਇਹਨਾਂ ਦਾ ਮੇਲ ਜੋਲ ਨਹੀਂ ਹੈ। ਪਖ ਪਾਤ ਕਾਹੂ ਸੰਗ ਨਾਹੀ ਕਿਸੇ ਦੇ ਨਾਲ ਪੱਖਵਾਦ ਨਹੀਂ ਹੈ। ਲੈਬੋ ਦੈਬੋ ਕਰੈ ਨ ਕਾਹੀ ਲੈਣਾ ਦੇਣਾ ਕਿਸੇ ਦੇ ਨਾਲ ਨਹੀਂ ਹੈ। ਸਾਂਝ ਪਾਤ ਕਾਹੂ ਸਿਉ ਨਾਹੀ। ਸ੍ਰੀ ਗੁਰ ਦਿੱਤਾ ਜਾਣਹਿ ਸਾਰਾ ਬਾਬਾ ਗੁਰਦਿੱਤਾ ਜੀ ਜੋ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਨ ਉਹ ਜਗਤ ਦਾ ਸਾਰਾ ਕਾਰ ਵਿਹਾਰ ਚੰਗੀ ਤਰ੍ਹਾਂ ਜਾਣਦੇ ਸਨ। ਸਭ ਘਰ ਕੋ ਵਿਵਹਾਰ ਸੰਭਾਰਾ ਗੁਰੂ ਘਰ ਦਾ ਸਾਰਾ ਕਾਰ ਵਿਹਾਰ ਉਹੀ ਸਾਂਭਦੇ ਸਨ। ਤਿਸ ਕੋ ਭੀ ਆਦਰ ਨਹਿ ਏਤੋ ਵੱਡੇ ਸਾਹਿਬਜ਼ਾਦੇ ਨੂੰ ਵੀ ਇੰਨਾ ਆਦਰ ਮਾਣ ਨਹੀਂ ਦਿੰਦੇ ਸਨ। ਮਮ ਲਗ ਸੁਤ ਕੋ ਠਾਨਤ ਜੇਤੋ ਜਿੰਨਾ ਸਭ ਤੋਂ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿਆਰ ਕਰਦੇ ਹਨ ਸੋ ਪਰ ਲੋਕ ਗਏ ਅਬ ਪਾਛੈ ਬਾਬਾ ਗੁਰਦਿੱਤਾ ਜੀ ਤਾਂ ਪਰਲੋਕ ਗਮਨ ਕਰ ਗਏ, ਉਹਨਾਂ ਤੋਂ ਮਗਰੋਂ ਸੂਰਜ ਮਲ ਜਾਨਤ ਮਤ ਆਛੈ ਸੂਰਜ ਮਲ ਜੀ ਉਹ ਸਿਆਣੇ ਹਨ, ਅਕਲਮੰਦ ਹਨ, ਜਗਤ ਦਾ ਕਾਰ ਵਿਹਾਰ ਸਾਰਿਆਂ ਦੇ ਨਾਲ ਮਸੰਦਾਂ ਦੇ ਨਾਲ ਸਾਂਝ ਪਾਤ ਹੈ, ਸਭ ਦੇ ਨਾਲ ਗੱਲਬਾਤ ਹੈ। ਘਰ ਕੀ ਕਾਰ ਕਰਤ ਸਭ ਭਾਵਤ ਮਨ ਭਾਉਂਦਾ ਸਾਰਾ ਘਰ ਦਾ ਕੰਮ ਕਾਰ ਕਰਦੇ ਹਨ ਬਾਬਾ ਸੂਰਜ ਮਲ ਜੀ। ਆਪਣੇ ਪਿਤਾ ਕੋ ਭਲੇ ਰਿਜਾਵਤ ਆਪਣੇ ਗੁਰੂ ਪਿਤਾ ਜੀ ਨੂੰ
ਕੰਮਕਾਰ ਕਰਕੇ ਦਿਖਾ ਕੇ ਰਿਝਾਉਂਦੇ ਹਨ। ਆਣੀ ਰਾਏ ਕੀ ਬਾਤ ਕਹਾ ਹੈ, ਬਾਬਾ ਅਣੀ ਰਾਏ ਦੀ ਗੱਲ ਹੀ ਕੀ ਹੈ। ਜਨ ਮਤ ਹੀ ਜੋ ਮਸਤ ਮਹਾ ਹੈ, ਜੋ ਜੰਮਦਿਆਂ ਹੀ ਮਦ ਸੁਭਾਅ ਵਾਲੇ ਪੈਦਾ ਹੋਏ। ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਇਹ ਦੋਨੇ ਮਾਤਾ ਮਰਵਾਹੀ ਜੀ ਦੇ ਸਪੁੱਤਰ ਸਨ। ਸੋ ਇੱਕ ਤਾਂ ਸਿਆਣਾ ਹੈ ਬਾਬਾ ਸੂਰਜਮਲ ਜੀ, ਅਣੀ ਰਾਏ ਜੀ ਜੰਮਦਿਆਂ ਹੀ ਮਦ ਸੁਭਾਅ ਵਾਲੇ ਹੋਏ। ਗੁਰੂ ਪ੍ਰਸੰਨ ਪੌਤਰ ਪਰ ਰਹੈ, ਗੁਰੂ ਸਾਹਿਬ ਜੀ ਛੋਟੇ ਪੋਤਰੇ ਦੇ ਉੱਪਰ ਹਮੇਸ਼ਾ ਪ੍ਰਸੰਨ ਰਹਿੰਦੇ ਹਨ। ਨਿਸ ਦਿਨ ਪ੍ਰੀਤ ਸਹਿਤ ਹੀ ਲਹੈ, ਦਿਨ ਰਾਤ ਪ੍ਰੀਤੀ ਦੇ ਸਹਿਤ ਜਾਣਦੇ ਹਨ, ਬਹੁਤਾ ਪਿਆਰ ਕਰਦੇ ਹਨ। ਮਮ ਸੁਤ ਕੋ ਆਦਰ ਕਿਉ ਕਰੈ, ਮਾਤਾ ਨਾਨਕੀ ਜੀ ਵਿਚਾਰਦੇ ਹਨ ਕਿ ਮੇਰੇ ਸਭ ਤੋਂ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤਾ ਪਿਆਰ ਕਿਉਂ ਕਰਦੇ ਹਨ। ਇਹ ਕੁਛ ਭੇਦ ਨਾ ਜਾਣਿਓ ਪਰ, ਇਹ ਕੁਝ ਭੇਦ ਜਾਣਿਆ ਨਹੀਂ ਜਾਂਦਾ। ਹਿਰਦੈ ਵਿਚਾਰਤ ਦਿਨਨ ਬਿਤੰਤ, ਇਸ ਤਰ੍ਹਾਂ ਹਿਰਦੇ ਵਿੱਚ ਵਿਚਾਰਦਿਆਂ ਕਈ ਦਿਨ ਬਤੀਤ ਹੋ ਗਏ। ਸੋਚਹੁ ਕਬਹਿ ਕਾਂਤ ਭਗਵੰਤ, ਔਰ ਜਦੋਂ ਗੁਰਦੇਵ ਪਤੀ ਜੀ ਆਉਣਗੇ ਔਰ ਸਮਾਂ ਮਿਲੇਗਾ ਤੇ ਮੈਂ ਜ਼ਰੂਰ ਪੁੱਛਾਂਗੀ। ਇੱਕ ਬਾਸਰ ਸਤ ਗੁਰ ਘਰ ਮਾਹੀ, ਇੱਕ ਦਿਨ ਸਤਿਗੁਰੂ ਜੀ ਗੁਰੂ ਕੇ ਮਹਿਲ ਆਪਣੇ ਘਰ ਵਿਖੇ ਬੈਠੀ ਹੁਤੀ ਨਾਨਕੀ ਪਾਹੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਘਰ ਵਿੱਚ ਬਿਰਾਜ ਰਹੇ ਸਨ, ਕੋਲ ਸਤਿਕਾਰਯੋਗ ਮਾਤਾ ਨਾਨਕੀ ਜੀ ਬੈਠੇ ਸਨ। ਤੇਗ ਬਹਾਦਰ ਤਬ ਚਲ ਆਏ, ਉਸੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰੋਂ ਚੱਲ ਕੇ ਆਏ। ਪਿਤ ਗੁਰ ਦਰਸ ਕਰਨ ਲਲਚਾਏ, ਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਦਾ ਬੜਾ ਮਨ ਲਲਚਾ ਰਿਹਾ ਸੀ। ਸਾਦਰ ਨਿਕਟ ਬਿਠਾਵਨ ਕੀਨਾ, ਗੁਰੂ ਛੋਟੇ ਸਾਹਿਬਜ਼ਾਦੇ ਨੂੰ ਦੇਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਕੋਲ ਬਿਠਾ ਲਿਆ। ਬੰਦਨ ਕਰਤ ਗਹੀ ਪੁਜ ਪੀਨਾ, ਔਰ ਬਾਹਾਂ ਤੋਂ ਫੜ ਕਰਕੇ ਔਰ ਬਹੁਤ ਸਤਿਕਾਰ ਕੀਤਾ ਔਰ ਬੰਦਨ ਕਰਤ ਨਮਸਕਾਰ ਕੀਤੀ, ਬਾਹਾਂ ਤੋਂ ਫੜ ਕੇ ਬੈਠੇ ਤਰੇ ਬਿਲੋਚਨ ਕਰੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੈਠੇ ਹੋਏ ਅੱਖਾਂ ਨੀਵੀਆਂ ਪਾ ਕੇ ਬੈਠੇ ਹਨ। ਪਿਤਾ ਨਿਕਟ ਨਹਿ ਊਚ ਨਿਹਰੇ, ਗੁਰੂ ਪਿਤਾ ਜੀ ਦੇ ਸਨਮੁਖ ਮੂੰਹ ਚੁੱਕ ਕੇ ਚਿਹਰਾ ਚੁੱਕ ਕੇ ਕਦੇ ਨਹੀਂ ਦੇਖਿਆ, ਹਮੇਸ਼ਾ ਨੀਵੀਆਂ ਪਾਈ ਰੱਖਦੇ ਸਨ। ਲਖ ਅਵਕਾਸ ਇਕਾਂਕੀ ਕੰਤ, ਜਦੋਂ ਗੁਰਦੇਵ ਪਤੀ ਜੀ ਨੂੰ ਇਕਾਂਤ ਵਿੱਚ ਦੇਖਿਆ, ਮੌਕਾ ਦੇਖਿਆ ਗੱਲ ਕਰਨ ਦਾ, ਤਾਂ ਸਤਿਕਾਰਯੋਗ ਮਾਤਾ ਨਾਨਕੀ ਜੀ ਕਹਤ ਨਾਨਕੀ ਸੁਨ ਭਗਵੰਤ, ਮਾਤਾ ਨਾਨਕੀ ਜੀ ਬੇਨਤੀ ਕਰਨ ਲੱਗੇ, ਹੇ ਭਗਵੰਤ ਗੁਰਦੇਵ ਪਤੀ ਜੀ ਮੇਰੀ ਬੇਨਤੀ ਸੁਣੋ। ਸਭ ਤੇ ਲਗ ਨੰਦਨ ਇਹ ਮੇਰੋ, ਸਾਰਿਆਂ ਤੋਂ ਛੋਟਾ ਇਹ ਸਾਡਾ ਪੁੱਤਰ ਹੈ, ਜਿਸ ਕੋ ਸੂਧ ਸੁਭਾਵ ਬਡੇਰੋ, ਇਹਦਾ ਬਹੁਤ ਸਿੱਧਾ ਸੁਭਾਵ ਹੈ, ਤਿਆਗੀ ਸੁਭਾਅ ਵਾਲਾ ਹੈ। ਪੁੱਤਰ ਆਪ ਕੇ ਅਪਰ ਬਡੇਰੇ, ਆਪ ਜੀ ਦੇ ਸਾਹਿਬਜ਼ਾਦੇ ਹੋਰ ਵੀ ਵੱਡੇ ਹਨ ਇਹਨਾਂ ਤੋਂ, ਜਿਹੜੇ ਵੱਡੇ ਸਾਹਿਬਜ਼ਾਦੇ ਹਨ ਚਿਤ ਜਾਣਤ ਵਿਵਹਾਰ ਕਨੇਰੇ, ਉਹ ਚਿੱਤ ਵਿੱਚ ਜਗਤ ਦੇ ਸਾਰੇ ਕਾਰ ਵਿਹਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਘਰ ਕੇ ਕਾਰ ਸੰਭਾਰਨ ਕਰੇ, ਜੋ ਗੁਰੂ ਘਰ ਦੇ ਸਾਰੇ ਕੰਮ ਕਾਰ ਸਾਂਭਦੇ ਰਹੇ ਹਨ, ਜਿਹੜੇ ਵੱਡੇ ਸਾਹਿਬਜ਼ਾਦੇ ਹਨ। ਲੇਨ ਰੋਦੇਨ ਜਥੋਚਿਤ ਧਰੇ, ਜਥਾ ਜੋਗ ਲੈਣਾ ਦੇਣਾ ਸਭ ਕੁਝ ਕਰਦੇ ਰਹੇ ਹਨ। ਸਰਵ ਪ੍ਰਕਾਰਨ ਚਾਹਤ ਬਡਾਈ, ਹਰ ਪ੍ਰਕਾਰ ਦੇ ਨਾਲ ਉਹ ਵਡਿਆਈ ਚਾਹੁੰਦੇ ਹਨ। ਮਿਲੈ ਮਸੰਦ ਜਿਨੋ ਸਮੁਦਾਈ, ਜਿਨ੍ਹਾਂ ਦੇ ਨਾਲ ਬਹੁਤ ਸਾਰੇ ਮਸੰਦ ਹਮੇਸ਼ਾ ਦਿਨ ਰਾਤ ਮਿਲੇ ਰਹਿੰਦੇ ਹਨ। ਇਹ ਮਮ ਸੁਤ ਨਹਿ ਜਾਣਤ ਕੋਈ, ਇਹ ਮੇਰਾ ਛੋਟਾ ਪੁੱਤਰ ਜਿਹੜਾ ਹੈ ਉਹ ਕਿਸੇ ਨੂੰ ਜਾਣਦਾ ਨਹੀਂ, ਕਿਸੇ ਦੇ ਨਾਲ ਸਾਂਝ ਪਾਤ ਨਹੀਂ ਹੈ, ਕਿਸੇ ਦੇ ਨਾਲ ਉੱਠਣਾ ਬੈਠਣਾ ਵੀ ਨਹੀਂ ਹੈ। ਰਹਤ ਇਕਾਂਕੀ ਤੂਸਨ ਹੋਈ, ਇਹ ਚੁੱਪ ਕਰਕੇ ਇਕਾਂਤ ਵਿੱਚ ਬੈਠਾ ਰਹਿੰਦਾ ਹੈ। ਤੁਮ ਸਨ ਮਾਨਹੁ ਸਭ ਤੇ ਘਨੋ, ਪਰ ਤੁਸੀਂ ਸਾਰੇ ਸਾਹਿਬਜ਼ਾਦਿਆਂ ਨਾਲੋਂ, ਵੱਡੇ ਸਾਹਿਬਜ਼ਾਦਿਆਂ ਨਾਲੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਨੂੰ
ਇੰਨਾ ਸਨਮਾਨ ਕਿਉਂ ਕਰਦੇ ਹੋ? ਕਾਰਨ ਕਹਾ ਸੁਮਤ ਲਖ ਮਨੋ। ਮੈਂ ਆਪਣੇ ਮਨ ਵਿੱਚ ਸ੍ਰੇਸ਼ਟ ਮਤ ਜਾਣਨਾ ਚਾਹੁੰਦੀ ਹਾਂ। ਆਪ ਜੀ ਦਾ ਕੀ ਮਤ ਹੈ? ਆਪ ਜੀ ਦਾ ਕੀ ਅਭਿਪਰਾਏ ਹੈ, ਪ੍ਰਯੋਜਨ ਹੈ, ਜੋ ਵੱਡੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਛੋਟੇ ਸਾਹਿਬਜ਼ਾਦੇ ਨੂੰ ਬਹੁਤਾ ਪਿਆਰ ਕਰਦੇ ਹੋ? ਮੋਜ ਮਨ ਸੰਸੈ ਹੋਤ ਸਦਾਈ। ਹੇ ਗੁਰੂ ਗਰੀਬ ਨਿਵਾਜ, ਮੇਰੇ ਮਨ 'ਚ ਸਦੀਵ ਕਾਲ ਸੰਸਾ ਬਣਿਆ ਰਹਿੰਦਾ ਹੈ। ਰਹੀ ਵਿਚਾਰ ਨਾ ਜਾਣਿਓ ਜਾਈ। ਆਪ ਜੀ ਦਾ ਵਿਚਾਰ ਕੁਝ ਜਾਣਿਆ ਨਹੀਂ ਜਾਂਦਾ। ਕਿਰਪਾ ਕਰੋ ਅਬ ਸਾਚ ਬਤਾਵੋ। ਹੇ ਗੁਰੂ ਗਰੀਬ ਨਿਵਾਜ, ਕਿਰਪਾ ਕਰੋ, ਹੁਣ ਸੱਚੀ ਗੱਲ ਦੱਸੋ। ਕਿਮ ਸਨਮਾਨ ਨਹੁ ਭੇਵ 부ਝਾਵੋ। ਕਿ ਕਿਉਂ ਸਨਮਾਨ ਕਰਦੇ ਹੋ, ਇਹਦਾ ਭੇਦ ਸਾਨੂੰ ਦੱਸਣਾ ਕਰੋ। ਸੁਨ ਕਰ ਸ੍ਰੀ ਮੁਖ ਤੇ ਮੁਸਕਾਏ। ਮਾਤਾ ਨਾਨਕੀ ਜੀ ਦੀ ਬੇਨਤੀ ਸੁਣ ਕੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰਦੇਵ ਪਤੀ ਜੀ ਮੁਸਕਰਾਏ। ਸੁਤ ਕੀ ਦਿਸ਼ਾ ਬਿਲੋਚਨ ਲਾਏ। ਔਰ ਆਪਣੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਰਫ ਨੇਤਰ ਲਗਾਏ। ਪੇਖ ਸ੍ਰੀ ਹਰ ਗੋਬਿੰਦ ਬਖਾਨਾ। ਸਾਹਿਬਜ਼ਾਦੇ ਵੱਲ ਦੇਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਉਂ ਉਚਾਰਨ ਕੀਤਾ, ਕਹਾਂ ਭੋਲੀਏ ਭੇਵ ਪਛਾਨਾ। ਐ ਭੋਲੀਏ, ਤੂੰ ਭੇਦ ਨਹੀਂ ਜਾਣਦੀ ਕਿ ਅੱਗੇ ਚੱਲ ਕੇ ਮਹਾਨ ਇਹ ਮਹਾਪੁਰਸ਼ ਹੋਣਗੇ। ਤੂੰ ਇਸ ਭੇਦ ਨੂੰ ਨਹੀਂ ਜਾਣਦੀ ਹੈ। ਅਜਰ ਜਰਨ ਔਰ ਧੀਰ ਤੁਰੰਦਰ। ਅਜਰ ਸ਼ਕਤੀਆਂ ਨੂੰ ਜਰਨ ਵਾਲੇ, ਧਰਮ ਨੂੰ ਧਾਰਨ ਵਾਲੇ ਧੁਰੋਂ ਹੀ ਧਰਮ ਦੀ ਪਾਲਣਾ ਕਰਨ ਵਾਲੇ, ਧਰਮ ਦੀ ਰੱਖਿਆ ਕਰਨ ਵਾਲੇ ਹੋਣਗੇ। ਇਸ ਮਨਿੰਦ ਨਾ ਅਬਰ ਜਗ ਅੰਦਰ। ਇਹਨਾਂ ਦੇ ਸਮਾਨ ਜਗਤ ਅੰਦਰ ਹੋਰ ਕੋਈ ਦੂਜਾ ਨਹੀਂ ਹੋਵੇਗਾ। ਏਕ ਤੋ ਇਹ ਗਨ ਮਾਨਨ ਠੌਰ। ਇਹ ਤਾਂ ਇਹ ਗੁਣ ਹੈ ਜੋ ਮਾਨਨੀਏ ਯੋਗ, ਮਾਨਣ ਯੋਗ ਹੈ, ਸਤਕਾਰ ਯੋਗ ਹੈ। ਸੁਨੋ ਦੂਸਰੋ ਕਾਰਨ ਔਰ। ਹੇ ਨਾਨਕੀ ਜੀ, ਦੂਜਾ ਕਾਰਨ ਹੋਰ ਸੁਣੋ। ਇਸ ਕੋ ਪੁੱਤਰ ਹੋਏ ਬਲਵੰਡ। ਇਹਦੇ ਘਰ ਪੁੱਤਰ ਹੋਵੇਗਾ ਆਜਾਨ ਬਾਹੋ। ਸਤਿ ਸ੍ਰੀ ਅਕਾਲ। ਇਸਦੇ ਘਰ ਜੋ ਪੁੱਤਰ ਹੋਵੇਗਾ ਆਜਾਨ ਬਾਹੋ, ਲੰਮੀਆਂ ਬਾਹਾਂ ਵਾਲਾ, ਵੱਡੀਆਂ ਬਲਸ਼ਾਲੀ ਭੁਜਾਵਾਂ ਵਾਲਾ ਪੁੱਤਰ ਹੋਵੇਗਾ। ਤੇਜ ਪ੍ਰਚੰਡ ਝੁੰਡ ਖਲ ਖੰਡ। ਉਹ ਤੁਰਕਾਂ ਰੂਪੀ ਬੈਰੀਆਂ ਦੇ ਭੁਜਾਵਾਂ ਨੂੰ ਖੰਡ ਖੰਡ ਕਰਕੇ ਸਿੱਟੇਗਾ, ਵਿਨਾਸ਼ ਕਰੇਗਾ। ਰੁੰਡ ਮੁੰਡ ਬੜ ਸ਼ਤਰੂ ਬਿਹੰਡ। ਸ਼ਤਰੂਆਂ ਦਾ ਸਿਰ ਧੜ ਕਰਕੇ ਵਿਨਾਸ਼ ਕਰੇਗਾ। ਕਾਲਹ ਸੰਗਰ ਘੋਰ ਕਮੰਡ। ਔਰ ਬਹੁਤ ਘੋਰ ਸੰਗਰਾਮ ਮਚਾਵੇਗਾ, ਬਹੁਤ ਵੱਡਾ ਰਣ ਯੁੱਧ ਕਰੇਗਾ। ਜਗਤ ਗੁਰੂ ਸ੍ਰੀ ਨਾਨਕ ਕੇਰਾ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਹਨ। ਨਾਮ ਕਰੈ ਉਜਲ ਬਹੁ ਤੇਰਾ। ਉਹ 10ਵੇਂ ਪਾਤਸ਼ਾਹ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਰੌਸ਼ਨ ਕਰਨਗੇ। ਮਹਾਪੁਰਖ ਬੜ ਤੇਜ ਅਮੰਦ। ਮਹਾਪੁਰਖ ਹੋਣਗੇ ਜਿਨ੍ਹਾਂ ਦਾ ਤੇਜ ਬਹੁਤ ਹੋਏਗਾ, ਮੰਦ ਨਹੀਂ ਹੋਵੇਗਾ, ਅਮੰਦ ਤੇਜ ਹੋਵੇਗਾ। ਤੇਗ ਤੇਗ ਕੋ ਧਨੀ ਬਿਲੰਦ। ਦੇਗ ਤੇਗ ਚਲਾਉਣਗੇ ਜਗਤ ਵਿੱਚ, ਦੇਗ ਤੇਗ ਦੇ ਧਨੀ ਹੋਣਗੇ। ਗੁਰਨ ਪ੍ਰਤਾਪ ਵਿਸਾਲ ਵਧਾਵੈ। ਔਰ ਪੂਰਨ ਪ੍ਰਤਾਪ ਹੋਵੇਗਾ, ਬਹੁਤ ਜਸ ਫੈਲਾਉਣਗੇ ਦੁਨੀਆ ਵਿੱਚ। ਚਹੁ ਕੁੰਟਨ ਪਰ ਛਾਇਆ ਛਾਵਹਿ। ਜਿਨ੍ਹਾਂ ਦਾ ਜਸ ਚਾਰੇ ਦਿਸ਼ਾਵਾਂ ਵਿੱਚ ਔਰ ਛਤਰ ਛਾਇਆ ਮੰਗ ਛਾਇਆ ਰਹੇਗਾ। ਤਿਨ ਕੇ ਜਨਮ ਹੋਣ ਕਰ ਘਰ ਮੈਂ। ਔਰ ਗੁਰੂ ਘਰ ਦੇ ਵਿੱਚ ਜਿਨ੍ਹਾਂ ਦੇ ਜਨਮ ਹੋਣ ਕਰਕੇ ਮਾਨਨੀय ਇਹ ਸਭ ਸੁਰ ਨਰ ਮੈਂ। ਇਸ ਕਰਕੇ ਸਾਰੇ ਦੇਵੀ ਦੇਵਤਿਆਂ ਵਿੱਚ ਮਾਨਨੀय ਪੂਜਨੀਕ ਹੋਣਗੇ। ਸੋ ਸਾਧ ਸੰਗਤ ਜੀ, ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਹੀਲੇ ਵਸੀਲੇ ਸਾਰਿਆਂ ਨੂੰ ਮੁਸਲਮਾਨ ਬਣਾਉਣ ਦਾ ਆਦੇਸ਼ ਫਰਮਾਨ ਜਾਰੀ ਕਰ ਦਿੱਤਾ, ਜਦੋਂ ਕਸ਼ਮੀਰ ਵਿਖੇ ਨੌਰੰਗੇ ਦਾ ਹੁਕਮਨਾਮਾ ਆਇਆ, ਉੱਥੋਂ ਦਾ ਜੋ ਸੂਬਾ ਸੀ ਉਸਨੇ ਇੱਕ ਦਿਨ ਵਿੱਚ 1.25 ਮਣ ਜੰਜੂ ਲਾ ਕਰਕੇ ਰੋਟੀ ਖਾਧੀ ਸੀ। 1.25 ਮਣ ਜੰਜੂ ਲਾਏ ਸਨ ਕਸ਼ਮੀਰੀ ਪੰਡਤਾਂ ਦੇ। 1.25 ਮਣ ਜੰਜੂ ਲਾ ਕਰਕੇ ਰੋਟੀ ਖਾਧੀ ਸੀ। 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 1.25 ਮਣ ਜੰਜੂ ਲਾ ਕਰਕੇ ਰੋਟੀ ਖਾਧੀ ਸੀ।
ਉਹਨਾਂ ਨੇ ਕਿਹਾ ਕਿ ਸਾਨੂੰ ਮੋਹਲਤ ਮਿਲਣੀ ਚਾਹੀਦੀ ਹੈ, ਅਸੀਂ ਆਪਣੇ ਧਰਮ ਦੀ ਰਾਖੀ ਕਰ ਸਕੀਏ। ਤੇ ਉਸਨੇ ਕਿਹਾ ਕਿ ਚਲੋ ਤੁਹਾਨੂੰ ਮੋਹਲਤ ਦਿੱਤੀ ਜਾਂਦੀ ਹੈ, ਤੁਸੀਂ ਉਪਾਅ ਕਰ ਲਓ। ਉਹ ਅਮਰਨਾਥ ਮੰਦਰ ਵਿੱਚ ਆਏ, ਉੱਥੇ 7 ਦਿਨ 7 ਰਾਤਾਂ ਉੱਥੇ ਪ੍ਰਾਰਥਨਾ ਕਰਦੇ ਰਹੇ। 8ਵੇਂ ਦਿਨ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਅਮਰਾਵਤੀ ਅੱਖਰਾਂ 'ਚ ਲਿਖੀ ਹੋਈ ਇੱਕ ਚਿੱਠੀ ਡਿੱਗੀ, ਜਿਸ ਵਿੱਚ ਲਿਖਿਆ ਸੀ, ਐ ਬ੍ਰਾਹਮਣੋ, ਕਿਸੇ ਦੇਵੀ ਦੇਵਤੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਤੁਹਾਡੇ ਹਿੰਦੂ ਧਰਮ ਦੀ ਰੱਖਿਆ ਕਰ ਸਕੇ। ਕਿਸੇ ਦੇਵੀ ਦੇਵਤੇ ਵਿੱਚ ਇੰਨੀ ਤਾਕਤ ਨਹੀਂ। ਜੇ ਕੋਈ ਤੁਹਾਡੀ ਰਾਖੀ ਕਰ ਸਕਦਾ, ਤੁਹਾਡੇ ਧਰਮ ਦੀ ਰਾਖੀ ਕਰ ਸਕਦਾ ਹੈ, ਤਾਂ ਉਹ ਗੁਰੂ ਨਾਨਕ ਦੇਵ ਜੀ ਦੀ 9ਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਨਿਵਾਸ ਕਰਦੇ ਹਨ। ਉਹਨਾਂ ਦੇ ਪਾਸ ਜਾਓ, ਫਰਿਆਦ ਕਰੋ, ਉਹ ਤੁਹਾਡੀ ਬਾਂਹ ਫੜਨਗੇ, ਤੁਹਾਡੀ ਧਰਮ ਦੀ ਰੱਖਿਆ ਕਰਨਗੇ। ਇਹ ਭਵਿੱਖ ਬਾਣੀ 6ਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਸਾਰੇ ਦੇਵੀ ਦੇਵਤਿਆਂ ਵਿੱਚ ਸਮਰੱਥ ਹੋਣਗੇ, ਇਹ ਪੂਜਨੀਕ ਹੋਣਗੇ। ਇਸ ਕਾਰਨ ਕਰ ਬਡੋ ਸਭਨ ਤੇ, ਇਹੀ ਕਾਰਨ ਹਨ ਕਿ ਸਾਰਿਆਂ ਤੋਂ ਇਹ ਵੱਡੇ ਹੋਣਗੇ, ਹਿੰਦ ਦੀ ਚਾਦਰ ਹੋਣਗੇ। ਜਦੋਂ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਿਆਈ ਦੇਣ ਲੱਗੇ ਤਾਂ ਮਾਤਾ ਮਰਵਾਹੀ ਜੀ ਉਹ ਨਾਰਾਜ਼ ਹੋ ਗਏ ਕਿ ਸਾਡਾ ਪੁੱਤਰ ਸੂਰਜਮਲ ਸਿਆਣਾ ਬਿਆਣਾ ਹੈ, ਇਸ ਨੂੰ ਗੁਰਿਆਈ ਕਿਉਂ ਨਹੀਂ ਦਿੰਦੇ, ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਦੇ ਰਹੇ ਹੋ। ਕਿਆ ਮਰਵਾਹੀ ਜੀ, ਇਹ ਧੁਰੋਂ ਬਖਸ਼ਿਸ਼ ਹੁੰਦੀ ਹੈ। ਉਹ ਨਾਰਾਜ਼ ਹੋ ਕੇ ਜਾਣ ਲੱਗੇ। ਆਪਣੇ ਪੁੱਤਰ ਸੂਰਜਮਲ ਜੀ ਨੂੰ ਨਾਲ ਲੈ ਕੇ ਪਿੱਛੋਂ ਸਿੱਖ ਭੇਜ ਕੇ ਗੁਰੂ ਸਾਹਿਬ ਜੀ ਨੇ ਸਦਵਾਇਆ। ਬਾਬਾ ਸੂਰਜਮਲ ਜੀ ਆਏ, ਅਕਾਲ ਤਖਤ ਤੇ ਗੁਰੂ ਪਿਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਪਿਤਾ ਜੀ ਨੇ ਕਿਹਾ, ਪੁੱਤਰ ਸੂਰਜਮਲ, ਤੂੰ ਗੁਰੂ ਬਣਨਾ ਚਾਹੁੰਦਾ ਹੈ? ਨਾ ਮਹਾਰਾਜ, ਮੈਂ ਤਾਂ ਸਿੱਖ ਹੀ ਰਹਿਣਾ ਚਾਹੁੰਦਾ, ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਧੰਨ ਹੈ ਪੁੱਤਰ, ਤੇਰੀ ਸਿੱਖੀ ਸੇਵਕੀ ਬਹੁਤ ਵਧੇਗੀ, ਬਹੁਤ ਮਾਣ ਤਾਣ ਹੋਵੇਗਾ। ਹੁਣ ਮਾਤਾ ਨਾਨਕੀ ਜੀ ਨਾਰਾਜ਼ ਹੋ ਗਏ ਕਿ ਸੂਰਜਮਲ ਨੇ ਤਾਂ ਇਨਕਾਰ ਕਰ ਦਿੱਤਾ, ਹੁਣ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਦਿਓ। ਕਿਹਾ ਕਿ ਪਹਿਲਾਂ ਹੀ ਕਿਹਾ ਕਿ ਧੁਰੋਂ ਜਿਸ ਨੂੰ ਬਖਸ਼ਿਸ਼ ਹੁੰਦੀ ਹੈ ਉਹੀ ਗੁਰਿਆਈ ਦਾ ਵਾਰਿਸ ਬਣਦਾ ਹੈ। ਉਸ ਸਮੇਂ 6ਵੇਂ ਪਾਤਸ਼ਾਹ ਪ੍ਰਸਾਦਾ ਛਕ ਰਹੇ ਸਨ। ਪ੍ਰਸਾਦਾ ਛਕ ਕੇ ਹੱਥ ਸੁੱਚੇ ਕੀਤੇ, ਜਲ ਪੀਤਾ, ਰੁਮਾਲ ਸੀ ਕੋਲ, ਰੁਮਾਲ ਦੇ ਨਾਲ ਹੱਥ ਪੁੰਝਦਿਆਂ ਉਹ ਰੁਮਾਲ ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਸਿੱਟਦਿਆਂ ਵਚਨ ਕੀਤਾ, ਤੇਰਾ ਪੁੱਤਰ ਤੇਗ ਬਹਾਦਰ ਇੱਕ ਦਿਨ ਗੁਰੂ ਜ਼ਰੂਰ ਬਣੇਗਾ। ਜਿਵੇਂ ਮੈਂ ਤੈਨੂੰ ਰੁਮਾਲ ਦਿੱਤਾ ਹੈ, ਇਹ ਰੁਮਾਲ ਨਹੀਂ, ਇਹ ਚਾਦਰ ਬਣ ਕਰਕੇ ਇਹ ਹਿੰਦ ਦੀ ਚਾਦਰ ਕਹਾਉਣਗੇ। ਤੁਰਕਾਂ ਦੇ ਜ਼ੁਲਮ ਰੂਪੀ ਧੁੱਪ ਤੋਂ ਬਚਾਉਣ ਵਾਸਤੇ ਇਹ ਰੁਮਾਲ ਨਹੀਂ, ਇਹ ਚਾਦਰ ਹੈ, ਚਾਦਰ ਦਾ ਕੰਮ ਕਰੇਗੀ। ਸੋ ਇਸ ਤਰ੍ਹਾਂ ਹਿੰਦ ਦੀ ਚਾਦਰ ਉਹ ਪ੍ਰਗਟ ਹੋਏ ਗੁਰੂ ਤੇਗ ਬਹਾਦਰ ਜੀ। ਕਰ ਆਦਰ ਮ੍ਰਿਦ ਕੋ ਹਮ ਭਨਤੇ, ਇਸੇ ਕਰਕੇ ਅਸੀਂ ਇੰਨਾ ਬਹੁਤਾ ਆਦਰ ਸਤਿਕਾਰ ਕਰਦੇ ਹਾਂ। ਸੁਨਤ ਆਨੰਦ ਨਾਨਕੀ ਹੋਈ, ਗੁਰਦੇਵ ਪਤੀ ਜੀ ਦੇ ਬਚਨ ਸੁਣ ਕੇ ਸਤਿਕਾਰਯੋਗ ਮਾਤਾ ਨਾਨਕੀ ਜੀ ਬੜੇ ਆਨੰਦ ਪ੍ਰਸੰਨ ਹੋਏ। ਬੰਧਨ ਕੀਨ ਬੰਦ ਕਰ ਦੋਈ, ਦੋਨੇ ਹੱਥ ਜੋੜ ਕਰਕੇ ਬੰਦਨਾ ਕੀਤੀ। ਸੁਤ ਕੋ ਸੁਤ ਗੁਣ ਨਿਧ ਹੋਏ ਸੁਨਿਓ, ਆਪਣੇ ਪੁੱਤਰ ਦੇ ਘਰ ਪੁੱਤਰ ਹੋਵੇਗਾ ਜੋ ਸ਼ੁਭ ਗੁਣਾਂ ਦਾ ਖਜ਼ਾਨਾ ਹੋਵੇਗਾ, ਇਹ ਸੁਣ ਕੇ ਬੜੇ ਪ੍ਰਸੰਨ ਹੋਏ। ਬਨ ਸਾਚ ਇਨ ਕੋ ਜਿਮ ਭਨਿਓ, ਔਰ ਇਹਨਾਂ ਦਾ ਕਿਹਾ ਹੋਇਆ ਬਚਨ ਕਦੇ ਨਿਸਫਲ ਨਹੀਂ ਜਾਂਦਾ, ਜੋ ਮੁਖੋਂ ਬਚਨ ਕਰਦਿਆਂ ਨੂੰ ਸੱਚ ਹੁੰਦਾ ਹੈ। ਅਤ ਪ੍ਰਤਾਪ ਜੁਤ ਬਲੀ ਵਿਸਾਲਾ, ਅਤੇ ਅਤਿਅੰਤ ਪ੍ਰਤਾਪ ਵਾਲਾ ਮਹਾਨ ਯੋਧਾ ਸੂਰਬੀਰ ਹੋਵੇਗਾ। ਸਕਲ ਦਿਸ਼ਾ ਮਹਿ ਕਰਹਿ ਉਜਾਲਾ, ਜੋ ਚਾਰੇ ਦਿਸ਼ਾਵਾਂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਸ ਉਜਗਾਲਾ ਕਰੇਗਾ। ਅਦਿਕ ਵਿਭੂਤ ਮੋਹਿ ਘਰ ਆਵੈ, ਅਨੇਕ ਪ੍ਰਕਾਰ ਦੀਆਂ ਸੰਪਦਾ ਔਰ ਵਿਭੂਤੀਆਂ ਆਉਣਗੀਆਂ। ਪੋਤਰਾ ਸਭ ਸਮਾਜ ਬਿਰਧਾਵੈ, ਸਾਡਾ ਬਲੀ ਪੋਤਰਾ ਸਾਰਾ ਸਾਜੋ ਸਮਾਜ ਵਧਾਵੇਗਾ। ਜਬ ਤੇ ਸੁਧ ਸਤਿਗੁਰੂ ਸੁਨਾਈ, ਔਰ ਜਦੋਂ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ
ਇਹ ਆਉਣ ਵਾਲੇ ਸਮੇਂ ਦੀ ਗੱਲ ਸੁਣਾਈ। ਭਾਈ ਪ੍ਰਫੁੱਲਤ ਅੰਗ ਨਮਾਈ। ਔਰ ਬੜੇ ਪ੍ਰਫੁੱਲਤ ਹੋਏ ਮਾਤਾ ਨਾਨਕੀ ਜੀ ਅੰਗਾਂ ਵਿੱਚ ਨਹੀਂ ਸਮਾ ਰਹੇ, ਖੁਸ਼ੀ ਇੰਨੀ ਹੋਈ ਹੈ। ਰਹੀ ਪ੍ਰਤੀਖਤ ਭਾਈ ਆਨੰਦ। ਉਹ ਬਹੁਤ ਆਨੰਦ ਦੇ ਸਹਿਤ ਉਡੀਕ ਕਰਨ ਲੱਗੇ। ਹੋਏ ਪੋਤਰ ਕਬ ਬਾਹ ਬਿਲੰਦ। ਆਜਾਨ ਬਾਹਾਂ ਵਾਲਾ, ਆਜਾਨ ਬਾਹੂ ਸਾਹਾਨ ਸਾਹੋ ਬਲੀ ਪੋਤਰਾ ਕਦੋਂ ਸਾਡੇ ਘਰ ਆਵੇਗਾ। ਜਬ ਜਨਮੈ ਦਸਵੇਂ ਪਤ ਸਾਹੂ। ਜਦੋਂ 10ਵੇਂ ਪਾਤਸ਼ਾਹ ਅਵਤਾਰ ਧਾਰਨਗੇ, ਦੇਖ ਆਨੰਦਤ ਬਹੁ ਮਨ ਮਾਹੂ। ਦਰਸ਼ਨ ਕਰਕੇ ਮੈਂ ਮਨ 'ਚ ਬਹੁਤ ਆਨੰਦ ਪ੍ਰਸੰਨ ਹੋਵਾਂਗੀ। ਪਤ ਕੋ ਬਜ ਸਿਮਰਤ ਹੀ ਰਹੀ। ਆਪਣੇ ਗੁਰਦੇਵ ਪਤੀ ਜੀ ਦੇ ਬਚਨਾਂ ਨੂੰ ਹਮੇਸ਼ਾ ਚੇਤੇ ਕਰਦੇ ਰਹੇ। ਜਿਉ ਜਿਉ ਵਦ ਪ੍ਰਤਾਪ ਪਾਮਹੀ। ਜਿਵੇਂ ਜਿਵੇਂ ਮਹੀ ਪ੍ਰਿਥਵੀ ਵਿੱਚ ਤੇਜ ਪ੍ਰਤਾਪ ਬਲੀ ਪੁੱਤਰੇ ਦਾ ਵਧੇਗਾ, ਉਹ ਮੈਂ ਆਪਣੇ ਅੱਖੀਂ ਦੇਖਾਂਗੀ। ਸ੍ਰੀ ਗੁਰ ਤੇਗ ਬਹਾਦਰ ਤਬੈ। ਤਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੁਐ ਘਟਕਾ ਬੈਠੇ ਸੁਨ ਸਬੈ। 2 ਘੜੀਆਂ ਬੈਠ ਕਰਕੇ ਸਾਰਾ ਬਿਰਤਾਂਤ ਸੁਣਦੇ ਰਹੇ। ਬੰਦਨ ਕਰ ਨਿਜ ਥਾਨ ਪਧਾਰੇ। ਨਮਸਕਾਰ ਕਰਕੇ ਆਪਣੇ ਅਸਥਾਨ ਤੇ ਚਲੇ ਗਏ। ਪੌੜ ਕੀਨ ਬਿਸਰਾਮ ਸੁਖਾਰੇ। ਸੋ ਬਹੁਤ ਹੀ ਸੁਖ ਸ਼ਾਂਤੀ ਦੇ ਨਾਲ ਲੰਮੇ ਪੈ ਗਏ, ਵਿਸ਼ਰਾਮ ਕਰਨ ਲੱਗੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮੱਖਣ ਸ਼ਾਹ ਲੁਬਾਣੇ ਨੇ ਪ੍ਰਗਟ ਕੀਤਾ, ਹਰਿਮੰਦਰ ਸਾਹਿਬ ਗਏ। ਉੱਥੇ ਮਸੰਦਾਂ ਨੇ ਕਿਬਾੜ ਬੰਦ ਕਰ ਲਏ ਤੇ ਉੱਥੇ ਬਚਨ ਕਹਿ ਕੇ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਗਨ ਕੇ ਅੰਦਰ ਸੜੀਏ, ਇਹ ਬਚਨ ਕਹਿ ਕੇ ਬੱਲੇ ਪਿੰਡ ਵੱਲ ਚਲੇ ਗਏ। ਥੜਾ ਸਾਹਿਬ ਹੁੰਦਿਆਂ ਹੋਇਆਂ ਬੱਲੇ ਪਿੰਡ। ਉਸ ਤੋਂ ਬਾਅਦ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਜਦੋਂ ਤਰਵੈਣੀ ਤੇ ਆਏ, ਉੱਥੇ ਮਾਤਾ ਨਾਨਕੀ ਜੀ ਨੇ ਕਿਹਾ ਸੀ, ਪੁੱਤਰ ਜੀ ਤੁਹਾਡੇ ਗੁਰੂ ਪਿਤਾ ਜੀ ਦਾ ਇੱਕ ਬਚਨ ਤਾਂ ਪੂਰਾ ਹੋ ਗਿਆ, ਤੁਸੀਂ ਗੁਰੂ ਬਣ ਗਏ। ਹੁਣ ਮੈਂ ਬਲੀ ਪੋਤਰੇ ਦਾ ਮੂੰਹ ਕਦੋਂ ਵੇਖਾਂਗੀ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਮਾਤਾ ਜੀ ਛੇਤੀ ਹੀ ਉਹ ਗੁਰੂ ਪਿਤਾ ਜੀ ਦਾ ਦੂਜਾ ਬਚਨ ਵੀ ਸਫਲ ਹੋਵੇਗਾ। ਉੱਥੇ ਤੁਰਕੀ ਬਾਣੀ ਅਕਾਲੀ ਬਾਣੀ ਦਾ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਇਆ ਤਰਵੈਣੀ ਪ੍ਰਯਾਗ ਰਾਗ ਵਿੱਚ। ਦੋਵੇਂ ਮਾਤਾਵਾਂ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨੇ ਚੌਂਕੜਾ ਮਾਰ ਕੇ ਇੱਕ ਰਸ 48 ਘੰਟੇ ਸ੍ਰੀ ਅਖੰਡ ਪਾਠ ਸਰਵਣ ਕੀਤਾ। ਉਦੋਂ ਉੱਥੇ ਹੀ ਮਾਤਾ ਗੁਜਰੀ ਜੀ ਦੀ ਕੁੱਖ ਹਰੀ ਹੋਈ। ਆਪਣੀ ਜਨਮ ਕਥਾ ਵਿੱਚ ਦਸਮੇਸ਼ ਪਿਤਾ ਜੀ ਨੇ ਲਿਖਿਆ, ਮੁਰਪਿਤ ਪੂਰਬ ਕੀਸ ਪयाना ਭਾਂਤ ਭਾਂਤ ਕੇ ਤੀਰਥ ਨਾਨਾ, जब ही जात त्रिवेणी भय पुण्य दान दिन करत बिताए, तहीं प्रकाश हमारा भयो पटना शहर बिखे पव लयो। सत श्री अकाल। सो साध संगत जी ये सारी कथा अगे आवेगी। इत्थे इतिहास संपूर्ण होया, समा भी समाप्त है। आओ 2 मिनट वाहिगुरु गुरु मंत्र की हाजरी लाइए, उपरंत समाप्ति है। कोई रचना वांझी ना रहे। उठत बैठत सोबत जागत गुरमंत्र हृदय चितार। उठद्या बहद्या सौंद्या जागद्या वाहिगुरु गुरमंत्र नूं हमेशा चेते रखिए, अखंड जाप करिए। वाहिगुरु 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 वाहिगुरु। हर हर नाम जपंत्या कछ न कह जमकाल, नानक मंतन सुखी होए अंते मिले गोपाल। श्री गुर तेग बहादुर तबै, द्वै घटका बैठे सुन सबै।
ਬੰਧਨ ਕਰ ਨਿਜ ਥਾਨ ਆਨ ਪਧਾਰੇ ਪੌੜ ਕੀਨ ਬਿਸਰਾਮ ਸੁਖਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।